ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ। ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵਹੁ। ਇਹ ਭੀਤਰ ਤੇ ਨਿਕੋ ਡਰਹੁ ਆਪਨ ਨਿਕਟ ਬੁਲਾਵਹੁ। ਆਪਣੀ ਬੇਦ ਆਪ ਜਨਾਵਹੁ। ਧੰਨ ਧੰਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ, ਬਾਬਾ ਡੋਗਰ ਮਹਾਬਲੀ ਜੀ, ਤਿੰਨਾਂ ਦੇ ਦਰ ਸਥਾਨਾਂ 'ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੁਆਰਾ ਸਨਮਾਨਯੋਗ ਸਾਧ ਸੰਗਤ ਜੀ, ਜੋ ਇਸ ਵੇਲੇ ਪਵਿੱਤਰ ਗੁਰਬਾਣੀ ਦੇ ਵਿਚਾਰ ਦੀ ਬਖਸ਼ਿਸ਼ ਮਹਾਰਾਜ ਕਰਦੇ ਹਨ, ਸੋ ਇਸ ਨਾਲ ਸਾਂਝ ਪਾਉਣ ਵਾਸਤੇ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਸਤਿਗੁਰਾਂ ਦੇ ਫਰਮਾਨ ਜਿਹੜੇ ਹਨ ਇਹਨਾਂ ਨੂੰ ਸਾਨੂੰ ਸੁਣਨ ਦੀ ਜਾਚ ਆ ਜਾਵੇ। ਸੁਣ ਕੇ ਮੰਨਣ ਤੋਂ ਬਾਅਦ ਇਹਦੇ ਅਨੁਸਾਰ ਸਤਿਗੁਰੂ ਕਿਰਪਾ ਕਰਨਾ, ਸਾਡਾ ਜੀਵਨ ਉਸ ਪ੍ਰਕਾਰ ਦਾ ਬਖਸ਼ਿਸ਼ ਕਰਨਾ। ਸੋ ਗੁਰੂ ਪਿਆਰੀ ਸਾਧ ਸੰਗਤ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਕਿਰਪਾ ਦੁਆਰਾ ਚੱਲ ਰਹੀ ਪਿਛਲਿਆਂ ਸਮਿਆਂ ਤੋਂ ਲਗਾਤਾਰ ਗੁਰਬਾਣੀ ਦੀ ਵਿਚਾਰ ਅਨੁਸਾਰ ਅੱਜ ਦਾ ਜੋ ਫਰਮਾਨ ਹੈ, ਪੰਨਾ 1018 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਾਰੂ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਕੇ ਸੰਸਾਰੀ ਜੀਵਾਂ 'ਤੇ ਪਰਉਪਕਾਰ ਕਰ ਰਹੇ ਹਨ ਅਤੇ ਸਾਨੂੰ ਇਹ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਭਾਈ, ਜੇ ਕੋਈ ਰੱਬ ਦਾ ਪਿਆਰਾ ਤੁਹਾਨੂੰ ਮਿਲਦਾ ਹੈ ਜਾਂ ਕਿਤੇ ਉਹਨਾਂ ਦੇ ਕੋਲ ਜਾਣ ਦਾ ਸਮਾਂ ਮਿਲਦਾ ਹੈ, ਅਤੇ ਉਹਨਾਂ ਦੇ ਅੱਗੇ ਬੇਨਤੀ ਕਿਹੜੇ ਤਰੀਕੇ ਨਾਲ ਕਰਨੀ ਹੈ, ਕਿਵੇਂ ਉਹਨਾਂ ਨਾਲ ਬਚਨ ਕਰਨਾ ਹੈ। ਕਿਉਂਕਿ ਅਸੀਂ ਆਮ ਕਰਕੇ ਇਹੀ ਕਹਿ ਦਿੰਦੇ, ਸਾਰੇ ਐਵੇਂ ਖਾਣ ਦਾ ਢੰਗ ਬਣਾਈ ਫਿਰਦੇ ਹਨ, ਬਾਹਰੋਂ ਭੇਖ ਬਣਾਇਆ ਹੈ, ਮਾਇਆ ਵਾਸਤੇ ਹੀ ਰੌਲਾ ਪਾਉਂਦੇ ਹਨ। ਭਾਈ ਸਾਰਾ ਸੰਸਾਰ ਹੀ ਇਹ ਖਾਣ ਵਾਸਤੇ ਮਾਇਆ ਵਾਸਤੇ ਦੌੜਦਾ ਹੈ, ਪਰ ਇਹ ਵੀ ਵੇਖਣਾ ਚਾਹੀਦਾ ਕਿ ਕਿਸੇ ਦੇ ਕੋਲ ਚੰਗਾ ਗੁਣ ਵੀ ਹੈ, ਉਹਨੂੰ ਤਾਂ ਅਸੀਂ ਲੱਭਦੇ ਨਹੀਂ ਅਤੇ ਉਹਦੀ ਔਗਣ ਨਾ ਤੱਕੀਏ। ਇਹ ਵੇਖੀਏ ਜਿਹੜੀ ਉਹਦੀ ਵਡਿਆਈ ਹੈ ਜਾਂ ਉਹਨੂੰ ਸੁੱਖ ਮਿਲਿਆ ਕਿਸ ਕਾਰਨ ਹੈ। ਇਹ ਤਾਂ ਕਹਿ ਦਿੰਦੇ ਹਾਂ ਫਲਾਣੇ ਸੰਤ ਬੜੇ ਸੌਖੇ ਹਨ, ਬੜੀ ਉਹਨਾਂ ਕੋਲ ਗੱਡੀਆਂ ਬੜੀਆਂ, ਸਹੂਲਤ ਬੜੀ ਹੈ, ਮਾਇਆ ਬੜੀ ਹੈ, ਸੋਭਾ ਬੜੀ ਹੈ, ਪਰ ਹੋਈ ਕਿਵੇਂ? ਜੇ ਕਿਸੇ ਸੰਤ ਮਹਾਂਪੁਰਖ ਦੇ ਕੋਈ ਦਿਨ ਦਿਹਾੜ ਮਨਾਏ ਜਾਂਦੇ ਹਨ ਅਤੇ ਉਹਨਾਂ ਤੋਂ ਹੀ ਇਹੀ ਸਿੱਖਿਆ ਮਿਲਦੀ ਹੈ, ਭਾਈ ਜੇ ਉਹਨਾਂ ਦੇ ਦਿਹਾੜੇ ਮਨਾਉਂਦੇ ਹੋ ਅਤੇ ਉਹਨਾਂ ਦੀ ਗੱਲ ਨੂੰ ਵੀ ਮੰਨਣਾ ਕਰੋ, ਉਹਨਾਂ ਦੀ ਸਿੱਖਿਆ ਨੂੰ ਵੀ ਮੰਨਣਾ ਕਰੋ, ਕਿਉਂਕਿ ਉਹ ਰੱਬ ਦੇ ਪਿਆਰਿਆਂ ਦਾ ਬਚਨ ਮੰਨਣਾ, ਪਰਮੇਸ਼ਰ ਦਾ ਬਚਨ ਮੰਨਣਾ ਹੈ। ਸਤਿਗੁਰਾਂ ਨੇ ਇੱਥੋਂ ਤੱਕ ਫਰਮਾਨ ਕੀਤਾ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਹੇ। ਕਹਿੰਦੇ ਜਿਹੜੇ ਸਾਡੇ ਪ੍ਰੇਮ ਵਾਲੇ ਭਗਤੀ ਕਰਨ ਵਾਲੇ ਹਨ ਅਤੇ ਉਹ ਮੇਰੀ ਕੀਤੀ ਨੂੰ ਬਦਲਾ ਸਕਦੇ ਹਨ, ਬੇਨਤੀ ਕਰਕੇ ਬੱਧਿਆਂ ਨੂੰ ਵੀ ਛਡਾ ਲੈਂਦੇ ਹਨ, ਪਰ ਜਿਹੜਾ ਬਚਨ ਭਗਤ ਕਰ ਲੈਂਦੇ ਹਨ, ਮਹਾਰਾਜ ਕਹਿੰਦਾ ਮੈਂ ਉਹਨਾਂ ਦੇ ਬਚਨ ਨਹੀਂ ਮੋੜ ਸਕਦਾ। ਕਿਉਂਕਿ ਭਗਤੀ ਦਾ ਕੋਈ ਮੁੱਲ ਨਹੀਂ, ਭਗਤੀ ਦਾ ਇੱਕੋ ਹੀ ਮੁੱਲ ਹੈ ਕਿ ਜਿਹੜਾ ਪ੍ਰੇਮ ਕਰੇ ਉਹਨੂੰ ਪ੍ਰਾਪਤ ਹੋ ਸਕਦੀ, ਹੋਰ ਕੋਈ ਯਤਨ ਨਹੀਂ। ਮਨ ਦੇ ਰਾਮ ਦਿਆ ਹੈ ਮੋਲ, ਜਿਹਨੇ ਆਪਣੀ ਮੈਂ ਛੱਡ ਦਿੱਤੀ, ਮੈਂ ਉਹਨੂੰ ਦੇ ਦਿੱਤੀ ਕਿ ਜੋ ਸਾਡੇ ਵਿੱਚ ਮੈਂ ਹੈ ਇਹ ਮਹਾਰਾਜ ਤੂੰ ਇੱਥੇ ਕਾਬੂ ਕਰ, ਆਪਣੇ ਕੰਟਰੋਲ ਵਿੱਚ ਕਰ ਅਤੇ ਸਾਨੂੰ ਤੂੰ ਦੀ ਅਵਸਥਾ ਆ ਜਾਵੇ। ਇਸੇ ਕਾਰਨ ਸੋਦਰ ਦੀ ਬਾਣੀ
महाराज ने किसी न किसी कारण करके बहाना बना के कोई ऐसा जो अथानਕਾਂ मिलदियां ਹਨ ਵੱਖ ਵੱਖ ਉਹ 100 ਦਰ ਵਾਲਾ ਸ਼ਬਦ 3 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਉਹਦਾ ਕਾਰਨ ਇਹ ਹੈ ਕਿ 2 ਵੇਲੇ ਜ਼ਰੂਰ ਜਿਹੜੇ ਰੱਬ ਦੇ ਪਿਆਰੇ ਹਨ ਅੰਮ੍ਰਿਤ ਵੇਲੇ ਵੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਅਤੇ ਸ਼ਾਮ ਨੂੰ 100 ਦਰ ਰਹਿਰਾਸ ਜੀ ਦਾ ਪਾਠ, ਦੋਵਾਂ ਵਿੱਚ ਉਹ ਸ਼ਬਦ ਆਉਂਦੇ ਹਨ। ਕਹਿੰਦੇ ਸਾਰੀ ਦਿਹਾੜੀ ਮਨੁੱਖ ਮੈਂ ਕਰਦਾ ਰਵੇ ਅਤੇ ਜੇ ਜ਼ਿਆਦਾ ਨਹੀਂ ਤੇ ਘੱਟੋ ਘੱਟ 2 ਵੇਲੇ ਤੇ ਤੁਧ ਨੂੰ ਆਖੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਪਿਆਰਿਆਂ ਕੋਲ ਜੁਗਤੀ ਹੁੰਦੀ ਹੈ, ਜੁਗਤੀ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਅਤੇ ਭਾਈ ਜੇ ਕੋਈ ਰੱਬ ਦਾ ਪਿਆਰਾ ਕਿ ਉਹਦੇ ਸੰਤ ਮਿਲਦੇ ਹਨ ਅਤੇ ਮਹਾਰਾਜ ਜੀ ਕਹਿੰਦੇ ਤੂੰ ਭਾਈ ਸੰਤਾਂ ਅੱਗੇ ਇਸ ਤਰ੍ਹਾਂ ਬੇਨਤੀ ਕਰ। ਇੱਥੋਂ ਆਰੰਭਤਾ ਹੋ ਰਹੀ ਹੈ, ਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। आओ जी तू आओ हमारे हर जस श्रवण सुनावना। आओ जी तू आओ हमारे हर जस श्रवण सुनावना। रहा ਕਹਿੰਦੇ ਸੰਤਾਂ ਕੇ ਇਸ ਤਰ੍ਹਾਂ ਬੇਨਤੀ ਕਰ ਪ੍ਰੇਮ ਸਹਿਤ ਨਿਮਰਤਾ ਨਾਲ ਕਿ ਹੇ ਸੰਤ ਜੀ ਤੁਸੀਂ ਆਉਣਾ ਕਰੋ। ਅਤੇ ਸੰਤਾਂ ਨੇ ਕਿਹਾ ਕਿੱਥੇ ਆਈਏ, ਕਿਉਂਕਿ ਸੰਤਾਂ ਨੂੰ ਸੱਦਣ ਵਾਲੇ ਤਾਂ ਕਈ ਹੁੰਦੇ ਹਨ, ਪਰ ਸੰਤਾਂ ਦਾ ਵਾਸਾ ਕਿੱਥੇ ਹੈ? ਪ੍ਰੇਮੀਆਂ ਦੇ ਹਿਰਦੇ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ। ਜਿਹਦੇ ਹਿਰਦੇ ਵਿੱਚ ਸ਼ਰਧਾ ਪ੍ਰੇਮ ਹੋਵੇਗਾ ਉੱਥੇ ਹੀ ਟਿਕਾਣਾ ਬਣਾਉਣਗੇ। ਪ੍ਰਭ ਜੀ ਬਸੇ ਸਾਧ ਕੀ ਰਸਨਾ ਜਿਵੇਂ ਕਿਹਾ ਹੈ। ਅਤੇ ਇਸੇ ਤਰ੍ਹਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ। ਉਹਦਾ ਨਾਮ ਅਤੇ ਉਹ ਆਪ ਉਹਦੇ ਭਗਤ ਜਿਹੜੇ ਹਨ ਉਹ ਭਗਤੀ ਵਾਲੇ ਟਿਕਾਣੇ ਆ ਕੇ ਬਿਰਾਜਦੇ ਹਨ। ਜਗਿਆਸੂ ਨੇ ਕਿਹਾ ਤੁਸੀਂ ਸਾਡੇ ਘਰ ਵਿੱਚ ਆਉਣਾ ਕਰੋ, ਆ ਕੇ ਮੇਰੇ ਕੰਨਾਂ ਵਿੱਚ ਹਰੀ ਜਸ ਸੁਣਾਵਣਾ ਕਰੋ, ਮੈਨੂੰ ਉਹਦਾ ਪਰਮੇਸ਼ਰ ਦਾ ਜਸ ਕਰਕੇ ਦੱਸੋ। ਰਹਾ ਇੱਥੋਂ ਸ਼ਬਦ ਦੀ ਆਰੰਭਤਾ ਹੈ। ਕਹਿੰਦੇ ਫਿਰ ਮਹਾਰਾਜ ਅਸੀਂ ਬੇਨਤੀ ਤਾਂ ਕਰਦੇ ਹਾਂ ਕਿ ਤੁਹਾਡੇ ਆਉਣ ਦੇ ਨਾਲ ਸਾਨੂੰ ਕੀ ਲਾਭ ਹੋਵੇਗਾ। ਉਹ ਦੱਸ ਰਹੇ ਹਨ ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਮਹਾਰਾਜ ਸੰਤ ਜੀ ਤੁਹਾਡੇ ਆਉਣ ਨਾਲ ਮੇਰਾ ਮਨ ਤਨ ਸ਼ੁਭ ਗੁਣਾਂ ਨਾਲ ਹਰਿਆ ਹੋਵੇਗਾ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਇੱਕੋ ਜਿਹੇ ਹਨ। ਭਾਈ ਜਿਨ੍ਹਾਂ 'ਤੇ ਉਹਨਾਂ ਨੇ ਕਿਰਪਾ ਕੀਤੀ ਹੈ ਪਰਮੇਸ਼ਰ ਨੇ, ਅਤੇ ਸਤਿਗੁਰੂ ਜੀ ਕਹਿੰਦੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਹ ਵਿਆ ਕਿੰਨੀ ਗੁਣੀ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਅਤੇ ਸੰਤ ਕੌਣ ਹੈ? ਸੋਈ ਸੰਤ ਜੇ ਭਾਵੇ ਰਾਮ, ਸੰਤ ਗੋਬਿੰਦ ਕਹੇ ਕੇ ਕਾਮ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੁਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜਾ ਹਰ ਵੇਲੇ ਸਹਿਜ ਸ਼ਾਂਤੀ ਅਵਸਥਾ ਵਿੱਚ ਰਹਿੰਦਾ ਹੈ। ਅਤੇ ਸ਼ਾਂਤੀ ਆਉਣ ਦਾ ਕਾਰਨ ਹੀ ਹੈ ਕਿ ਉਹਦੇ ਅੰਦਰ ਨਾਮ ਹੈ। ਕਿਉਂਕਿ ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਕਲ ਤਾਤੀ ਠੰਡਾ ਹਰ ਨਾਮ। ਇਸ ਕਰਕੇ ਕਲਯੁਗ ਦੇ ਵਿੱਚ ਸਮੇਂ ਵਿੱਚ ਸ਼ਾਂਤੀ ਬਖਸ਼ਣ ਵਾਲਾ, ਠੰਡ ਪਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ। ਅਤੇ ਉਹ ਕਹਿੰਦੇ ਤੁਸੀਂ ਸਾਡੇ ਘਰ ਆਓਗੇ, ਸਾਨੂੰ ਪਰਮੇਸ਼ਰ ਦਾ ਜਸ ਸੁਣਾਓਗੇ, ਅਤੇ ਸਾਡੇ ਜਿਹੜੇ ਔਗਣ ਘਟ ਜਾਣਗੇ ਅਤੇ ਮਨ ਤਨ ਸ਼ੁਭ ਗੁਣਾਂ ਨਾਲ ਭਰ ਜਾਵੇਗਾ। ਅਤੇ ਮੈਂ ਤੁਹਾਡੇ ਨਾਲ ਮਿਲ ਕੇ ਹਰੀ ਜਸ ਨੂੰ ਗਾਵਣਾ ਕਰਾਂਗਾ। ਜੋ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਪਰਮੇਸ਼ਰ ਨੂੰ ਯਾਦ ਕਰਨਾ, ਸੰਗਤ ਵਿੱਚ ਆ ਕੇ ਯਾਦ ਕਰਨਾ, ਇਹਦਾ ਬਹੁਤ ਵੱਡਾ ਮਹਾਤਮ ਹੈ। ਕਿੰਨਾ ਸਮਾਂ ਕੋਈ ਭਗਤੀ ਕਰਦਾ ਰਹੇ ਅਤੇ ਜੇ ਕੋਈ ਚੰਗੇ ਰੱਬ ਦੇ ਪਿਆਰਿਆਂ ਦਾ ਸਤਸੰਗ ਕਰਨ ਦਾ ਸਮਾਂ ਮਿਲ ਜਾਵੇ ਜਿਹੜੇ ਉਹਦੇ ਨਾਲ ਜੋੜਨ ਵਾਲੇ ਹਨ, ਅਤੇ ਇੱਕ ਛਿਨ ਦਾ ਹੀ ਪਤਾ ਨਹੀਂ ਕਿੰਨਾ ਕੁ ਲਾਭ ਹੋ ਜਾਂਦਾ। ਇੱਕ ਘੜੀ ਕੇ ਸਿਮਰਨੇ ਲਖ ਪਾਪੀ ਤਰੇ ਅਨੇਕ। ਇਸ ਪ੍ਰਕਾਰ ਰਾਜੇ ਜਨਕ ਜੀ ਦੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ।
ਇੱਕ ਘੜੀ ਦਾ ਸਿਮਰਨ ਜਿਹੜਾ ਸੀ ਉਹਦੇ ਨਾਲ ਪਤਾ ਨਹੀਂ ਅਨੇਕਾਂ ਉਹਨੇ ਪਾਪੀਆਂ ਨੂੰ ਉਤਾਰ ਦਿੱਤਾ। ਇਸ ਕਰਕੇ ਮਹਾਰਾਜ ਤੁਸੀਂ ਆਓ ਤੇ ਪਰਮੇਸ਼ਰ ਦਾ ਜਸ ਸੁਣਾਉਣਾ ਕਰੋ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸੰਤ ਕਿਰਪਾ ਤੇ ਹਿਰਦੈ ਵਾਸੈ, ਦੂਜਾ ਪਾਉ ਮਿਟਾਵਨਾ। ਕਹਿੰਦੇ ਹੇ ਸੰਤੋ, ਤੁਹਾਡੀ ਕਿਰਪਾ ਨਾਲ ਹੀ ਹਰੀ ਹਿਰਦੇ ਵਿੱਚ ਆ ਕੇ ਵਸਦਾ ਹੈ। ਕਿ ਉਹ ਸੰਤ ਬੇਨਤੀ ਕਰਨ ਕਿਸੇ ਜੀ ਦਾ ਭਲਾ ਕਰਨਾ ਹੋਵੇ ਤੇ ਕਹਿੰਦੇ ਮਹਾਰਾਜ ਜਨਮਾਂ ਜਨਮਾਂ ਦੇ ਜੀਵ ਭੁੱਲਣਹਾਰ ਹਨ, ਵਿਛੜੇ ਹਨ ਤੇਰੇ ਤੋਂ, ਤੂੰ ਕਿਰਪਾ ਕਰਕੇ ਬਖਸ਼ ਲਾ, ਤੂੰ ਬਖਸ਼ ਲੈਂਦਾ ਹੈ। ਅਤੇ ਦਵੈਤ ਭਾਵ ਦਾ ਮਿਟਾਵਣਾ ਹੁੰਦਾ ਹੈ ਤੇ ਉਹ ਵਾਹਿਗੁਰੂ ਹਿਰਦੇ ਵਿੱਚ ਵਸ ਜਾਂਦਾ ਹੈ। ਭਗਤ ਦਇਆ ਤੇ ਬੁੱਧ ਪਰਗਾਸੈ, ਦੁਰਮਤ ਦੁਖ ਤਜਾਵਨਾ। ਉਹਨਾਂ ਦਾ ਅਸਰ ਤਾਂ ਜ਼ਿਆਦਾ ਹੁੰਦਾ ਹੈ ਕਿ ਜੋ ਆਪ ਕਰਦੇ ਉਹ ਦੱਸਦੇ ਹਨ। ਜਿਨ੍ਹਾਂ ਕੰਮਾਂ ਤੋਂ ਆਪ ਰੁਕੇ ਰਹਿੰਦੇ ਹਨ ਉਹ ਕਿਸੇ ਨੂੰ ਵੀ ਰੋਕਦੇ ਹਨ। ਤੇ ਜਿਹੜਾ ਕਹਿੰਦਾ ਹੋਰ ਹੈ ਕਰਦਾ ਹੋਰ ਹੈ, ਉਹਦਾ ਅਸਰ ਨਹੀਂ ਪੈਂਦਾ। ਇੱਕ ਵਾਰ ਪੈ ਵੀ ਜਾਵੇ ਫਿਰ ਘਟ ਜਾਂਦਾ ਹੈ। ਤੇ ਜਿਹੜੇ ਰੱਬ ਦੇ ਪਿਆਰਿਆਂ ਦੇ ਕਹੇ ਹੋਏ ਬਚਨ ਹਨ ਉਹ ਲੋਕ ਪਰਲੋਕ ਵਿੱਚ ਸਦਾ ਪ੍ਰਭਾਵਿਤ ਹਨ, ਅਸਰ ਕਰਦੇ ਹਨ, ਕਦੇ ਉਹਨਾਂ ਦਾ ਅਸਰ ਘਟਦਾ ਨਹੀਂ। ਤੇ ਮਹਾਰਾਜ ਕਹਿੰਦੇ ਹੇ ਭਗਤੀ ਦੇ ਕਰਨ ਵਾਲੇ ਸੰਤੋ, ਤੁਹਾਡੀ ਕਿਰਪਾ ਤੁਹਾਡੀ ਦਇਆ ਕਰਕੇ ਆਤਮ ਵਿਛਾਣੀ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ। ਭਾਵ ਜਿਹਦੇ ਨਾਲ ਆਤਮਾ ਪ੍ਰਮਾਤਮਾ ਦਾ ਮੇਲ ਹੋਣ ਦੀ ਜਿਹੜੀ ਹੈ ਸੋਝੀ ਆ ਜਾਵੇ, ਅਕਲ ਆ ਜਾਵੇ, ਮਤ ਆ ਜਾਵੇ, ਉਹ ਕਿਰਪਾ ਹੋ ਜਾਂਦੀ ਹੈ। ਅਤੇ ਖੋਟੀ ਬੁੱਧੀ ਤੇ ਦੁੱਖਾਂ ਦਾ ਤਿਆਗ ਹੁੰਦਾ ਹੈ। ਮਨ ਦੀ ਮਤ ਭੈੜੀ ਮਤ ਨੂੰ ਛੱਡ ਦਿੰਦਾ ਹੈ ਜੀਵ, ਤੇ ਗੁਰਮਤ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਦਾ ਹੈ। ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨ ਪਾਵਨਾ। ਮਹਾਰਾਜ ਜੀ ਤਾਂ ਹੀ ਬਚਨ ਕਿਹਾ ਹੈ ਗੁਰਬਾਣੀ ਵਿੱਚ, ਕਹਿੰਦੇ ਸੰਤ ਮਿਲੇ ਕਿਸ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀਏ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਭਗਤਾਂ ਦਾ ਫਰਮਾਨ ਹੈ, ਸਤਿਗੁਰਾਂ ਨੇ ਵੀ ਇਹੀ ਸਿੱਖਿਆ ਦਿੱਤੀ ਹੈ। ਤੇ ਇਹ ਕਾਰਨ ਹੈ ਕਿ ਰੱਬ ਦਾ ਪਿਆਰਾ ਮਿਲੇ, ਉਹਦੇ ਕੋਲੋਂ ਕੁਝ ਸੁਣੀਏ। ਜੇ ਕੋਈ ਆਪਣੀ ਵਿਚਾਰ ਹੈ ਤੇ ਉਹਦੇ ਨਾਲ ਸਾਂਝੀ ਕਰੀਏ, ਇਹਨੂੰ ਸਮਝਾਉਣ ਦਾ ਯਤਨ ਨਾ ਕਰੀਏ, ਬੇਨਤੀ ਤੌਰ ਤੇ ਵਿਚਾਰ ਸਾਂਝੀ ਕਰੀਏ। ਤੇ ਇਸ ਕਰਕੇ ਫਿਰ ਕਹਿੰਦੇ ਹਨ ਕਿਰਪਾ ਐਸੀ ਹੋ ਜਾਂਦੀ ਹੈ ਤੇ ਪਰਮੇਸ਼ਰ ਨਾਲ ਜੁੜਨ ਦਾ ਤਰੀਕਾ ਲੱਭ ਜਾਂਦਾ ਹੈ। ਤੇ ਜੇ ਕੋਈ ਅਸੰਤ ਹੈ, ਮਾੜੀ ਬੁੱਧੀ ਵਾਲਾ ਹੈ, ਆਪਣੀ ਮਰਜ਼ੀ ਕਰਨ ਵਾਲਾ ਹੈ, ਮਨ ਦੇ ਮਗਰ ਲੱਗ ਕੇ ਐਸ਼ ਪ੍ਰਸਤੀ ਕਰਨ ਵਾਲਾ ਹੈ, ਭੈੜੇ ਪਦਾਰਥ ਖਾਣ ਪੀਣ ਵਾਲਾ ਹੈ, ਫੈਸ਼ਨ ਵਾਲੇ ਲਿਬਾਸ ਕਰਨ ਵਾਲਾ ਹੈ, ਤੇ ਉਹ ਪਰਮੇਸ਼ਰ ਨੂੰ ਕਿੱਥੋਂ ਪਾ ਲਵੇਗਾ। ਹੁਣ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਜੀ ਲਿਬਾਸ ਵਿੱਚ ਕੀ ਹੈ, ਮਨ ਸਾਫ਼ ਹੋਣਾ ਚਾਹੀਦਾ ਹੈ। ਤੇ ਇਹ ਵੇਖੋ ਕਿਤੇ ਜੇ ਸਤਿਗੁਰਾਂ ਦਾ ਮਨ ਸਾਫ਼ ਹੀ ਜਾਂ ਨਾ ਕੋ ਰਹਿਣੀ ਬਹਿਣੀ ਦੱਸੀ ਆ, ਤੇ ਕਿਤੇ ਨੂੰ ਇਹ ਨਹੀਂ ਕਿਹਾ ਤੂੰ ਪੈਂਟ ਸ਼ਰਟ ਪਾ ਲੈ, ਉੱਤੇ ਇਹੀ ਕਿਹਾ ਭਾਈ ਗੁਰਮੁਖ ਤਾਂ ਹੀ ਕਿਹਾ ਜਾਵੇਗਾ ਗੁਰਮੁਖਾਂ ਵਾਲੀ ਰਹਿਣੀ ਹੋਵੇ, ਗੁਰਮੁਖਾਂ ਵਾਲਾ ਲਿਬਾਸ ਹੋਵੇ। ਹੁਣ ਅੰਮ੍ਰਿਤਧਾਰੀ ਭਾਵੇਂ ਕਿੰਨੇ ਵੀ ਸੰਸਾਰ 'ਤੇ ਹੋਣ, ਜੇ ਉਹਨੇ ਗੁਰੂ ਕਾ ਬਾਣਾ ਪਾਇਆ ਹੋਵੇਗਾ, ਭਾਵੇਂ ਉਹਦੇ ਅੰਦਰ ਰਹਿਣੀ ਬਹਿਣੀ ਕੋਈ ਹੋਰ ਨਿਤਨੇਮ ਬਾਣੀ ਸਿਮਰਨ ਹੈ, ਉਹ ਫਿਰ ਪਤਾ ਲੱਗਦਾ, ਪਹਿਲਾਂ ਬਾਣੇ ਤੋਂ ਪਛਾਣ ਹੋ ਜਾਂਦੀ ਹੈ, ਅਸਰ ਪੈਂਦਾ ਕਿ ਤੇ ਰੱਬ ਦਾ ਪਿਆਰਾ ਹੈ। ਇਹਨਾਂ ਬਾਣੇ ਦਾ ਪ੍ਰਭਾਵ ਹੈ। ਸਤਿਗੁਰਾਂ ਤਾਂ ਹੀ ਕਿਹਾ ਭਾਈ ਤੁਹਾਡੇ 'ਤੇ ਸ਼ੇਰ ਦਾ ਬਾਣਾ ਪਾਇਆ ਹੈ। ਤੇ ਜੇ ਸ਼ੇਰ ਬਣ ਕੇ ਰਹੋਗੇ, ਦਲੇਰੀ ਨਾਲ ਹੌਸਲੇ ਨਾਲ ਰਹੋਗੇ, ਹਿੰਮਤ ਦੇ ਨਾਲ ਰਹੋਗੇ, ਤੇ ਜਿਹੜੇ ਮਾੜੇ ਮੋੜ ਪੁੱਠੇ ਪਾਸੇ ਜਾਣ ਵਾਲੇ ਜਾਂ ਭੈੜੀਆਂ ਆਦਤਾਂ ਵਾਲੇ ਹਨ ਤੁਹਾਡੇ ਤੋਂ ਪਾਸੇ ਰਹਿਣਗੇ। ਜੇ ਉਹਨਾਂ ਦੇ ਨਾਲ ਤੁਸੀਂ ਵੀ ਰਲ ਗਏ ਤੇ ਤੁਹਾਡਾ ਕੋਈ ਅਸਰ ਨਹੀਂ ਹੋਵੇਗਾ। ਇਸ ਕਰਕੇ ਆਪ ਜਾਣਦੇ ਹੋ ਭਾਈ ਉਦੇ ਸਿੰਘ, ਜਿਹੜੇ ਸਾਰੇ ਹੀ ਭਾਈ, ਇਹਨਾਂ ਦਾ ਬੜਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਬੜੇ ਵੱਡੇ ਵੱਡੇ ਇਹਨਾਂ ਕਾਰਨਾਮੇ ਕੀਤੇ ਹਨ।
ਤੇ ਭਾਈ ਉਦੇ ਸਿੰਘ ਜਿਹੜਾ ਸੀ, ਇਹਨੇ ਇੱਕ ਦਿਨ ਸ਼ੇਰ ਦਾ ਸ਼ਿਕਾਰ ਕੀਤਾ ਤੇ ਮਹਾਰਾਜ ਕੋਲ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਇਹਨੂੰ ਸਹਿਜ ਸੁਭਾਅ ਕਹਿ ਦਿੱਤਾ ਗੁਪਤ ਤੌਰ 'ਤੇ ਕਿ ਭਾਈ ਸ਼ੇਰ ਦੀ ਜਿਹੜੀ ਖੱਲ ਹੈ ਉਹ ਗਵਾਉਣੀ ਨਹੀਂ, ਇਹਨੂੰ ਲੈ ਆ, ਕਿਸੇ ਕੰਮ ਵਾਸਤੇ ਵਰਤਣੀ ਹੈ। ਗੁਰੂ ਪਿਆਰੀ ਸਾਧ ਸੰਗਤ, ਇਹ ਜਿਹੜਾ ਭਾਈ ਉਦੇ ਸਿੰਘ ਸੀ ਇਹਦੇ ਵਿੱਚ ਇੰਨੀ ਸ਼ਕਤੀ ਸੀ ਕਿ ਇਹ ਵੀ ਸੀਸ ਲੱਥੇ ਤੋਂ ਸਵਾ ਪੈਰ ਦੁਸ਼ਮਣਾਂ ਨਾਲ ਜੰਗ ਕਰਦਾ ਰਿਹਾ ਹੈ ਸਰਸਾ ਕੰਢੇ। ਏਡੀ ਵੱਡੀ ਬਹਾਦਰੀ ਇਹਨੇ ਵਿਖਾਈ ਹੈ। ਇਹਦੇ ਜੀਨ ਵਿੱਚ ਜਦੋਂ ਇਹ ਕੌਤਕ ਹੋਇਆ, ਇਹਨੇ ਸ਼ੇਰ ਨੂੰ ਮਾਰਿਆ, ਉਹ ਖੱਲ ਸਤਿਗੁਰਾਂ ਦੇ ਹੁਕਮ ਦੇ ਨਾਲ ਲੈ ਆਂਦੀ ਤੇ ਸਤਿਗੁਰਾਂ ਨੇ ਇੱਕ ਦਿਨ ਚੁੱਪਚਾਪ ਸਿੱਖਾਂ ਨੂੰ ਹੁਕਮ ਦਿੱਤਾ ਕਿ ਇੱਕ ਗਧਾ ਖੋਤਾ ਮੰਗਾ ਕੇ ਉਹਦੇ ਉੱਪਰ ਇਹ ਖੱਲ ਪਾਈ ਜਾਵੇ। ਉਸ ਉੱਪਰ ਖੱਲ ਪਾ ਕੇ ਉਹਨੂੰ ਛੱਡ ਦਿੱਤਾ ਖੁੱਲ੍ਹਾ। ਜਦੋਂ ਉਹ ਪਿੰਡ ਦੇ ਵਿੱਚ ਜਾ ਵੜਿਆ, ਗਲੀਆਂ ਦੇ ਵਿੱਚ ਤੁਰਿਆ ਫਿਰੇ, ਜਿੱਧਰ ਉਹਦਾ ਟਿਕਾਣਾ ਸੀ ਉਹਨੂੰ ਜਾਣ ਲੱਗਾ, ਰੌਲਾ ਪੈ ਗਿਆ, ਪਿੰਡ ਵਿੱਚ ਸ਼ੇਰ ਆਣ ਵੜਿਆ ਹੈ। ਤੇ ਹੁਣ ਅਸਲ ਤੇ ਨਕਲ ਦੀ ਪਰਖ ਤੇ ਕਿਸੇ ਨੂੰ ਹੀ ਹੁੰਦੀ ਹੈ। ਬਹੁਤਿਆਂ ਦੇ ਬਾਹਰੋਂ ਲਿਬਾਸ ਕੋਈ ਨਾ ਕੁਝ ਵੇਖ ਕੇ ਕਹਿ ਦੇਣਾ ਸ਼ੇਰ ਆ ਗਿਆ। ਹੁਣ ਸ਼ੇਰ ਦੀਆਂ ਕਈ ਕਿਸਮਾਂ ਹਨ। ਇਸ ਕਰਕੇ ਪਿੰਡ ਦੇ ਲੋਕ ਡਰਦੇ ਬਾਹਰ ਨਾ ਨਿਕਲਣ, ਇਹ ਮਾਰ ਦੇਵੇਗਾ, ਨੁਕਸਾਨ ਕਰੇਗਾ, ਜੀਵ ਜੰਤੂ ਨੂੰ ਇਹ ਤੰਗ ਕਰੇਗਾ। ਜਦੋਂ ਕੋਈ ਚਾਰਾ ਹੋਰ ਨਾ ਚੱਲਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਆ ਕੇ ਨਗਰ ਵਾਸੀਆਂ, ਇਲਾਕੇ ਵਾਲਿਆਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡਾ ਬਚਾਅ ਕਰੋ, ਸਾਡੇ ਇਲਾਕੇ ਵਿੱਚ ਸ਼ੇਰ ਆ ਵੜਿਆ ਹੈ, ਬੜੀ ਉਹਨੇ ਦਹਿਸ਼ਤ ਫੈਲਾਈ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਕੋਈ ਨਹੀਂ, ਪਰਮੇਸ਼ਰ ਕਿਰਪਾ ਕਰੇਗਾ। ਹੁਣ ਜਿੰਨਾ ਚਿਰ ਕਿਸੇ ਨੂੰ ਪਤਾ ਨਹੀਂ ਸੀ, ਉਹ ਜਿੱਧਰ ਵੀ ਜਾਂਦਾ ਹੈ ਲੋਕ ਡਰਦੇ ਪਾਸੇ ਲੁਕ ਜਾਂਦੇ ਹਨ, ਆਸੇ ਪਾਸੇ ਭੱਜ ਜਾਂਦੇ ਹਨ। ਹੁਣ ਵੇਖੋ ਬਾਂਦਰ ਕਿੱਡਾ ਚਲਾਕ ਜਾਨਵਰ ਹੈ, ਛੇਤੀ ਕੀਤਿਆਂ ਉਹ ਇੱਕ ਥਾਂ ਟਿਕਦਾ ਨਹੀਂ, ਕਿਸੇ ਦੇ ਕਾਬੂ ਨਹੀਂ ਆਉਂਦਾ। ਪਰ ਜਿੱਥੇ ਸ਼ੇਰ ਦੀ ਆਵਾਜ਼ ਸੁਣ ਲਵੇ, ਉਹਦੇ ਵੀ ਹੱਥ ਰੁੱਖਾਂ ਦੇ ਨਾਲੋਂ ਛੁੱਟ ਜਾਂਦੇ। ਇੰਨਾ ਡਰ ਉਚਾਰਨ ਕਰੋ ਸ੍ਰੀ ਵਾਹਿਗੁਰੂ, ਇੰਨਾ ਇਹਦਾ ਡਰ ਹੁੰਦਾ ਹੈ। ਤੇ ਹੁਣ ਇਹ ਤੇ ਮਹਾਰਾਜ ਦੇ ਸਿੱਖਾਂ ਦੇ ਵਿੱਚ ਹੀ ਇੰਨੀ ਬਹਾਦਰੀ ਹੈ, ਉਹਦੀ ਸ਼ਕਤੀ ਹੈ ਕਿ ਉਹ ਸ਼ੇਰਾਂ ਨੂੰ ਕੁਝ ਵੀ ਨਹੀਂ ਸਮਝਦੇ। ਸਤਿਗੁਰਾਂ 'ਤੇ ਕਿਰਪਾ ਕੀਤੀ ਹੈ, ਕਈ ਜਗ੍ਹਾ 'ਤੇ ਐਸੇ ਕੌਤਕ ਕੀਤੇ, ਗੁਰੂ ਕੇ ਸਿੱਖਾਂ ਨੇ ਵੀ ਐਸੇ ਕਾਰਨਾਮੇ ਕੀਤੇ ਹਨ। ਤੇ ਗੁਰੂ ਕੀ ਸਾਧ ਸੰਗਤ, ਜਿੰਨਾ ਚਿਰ ਉਹਦਾ ਡਰ ਰਿਹਾ ਕਿ ਸ਼ੇਰ ਹੈ, ਲੋਕ ਡਰ ਦੇ ਪਾਸੇ ਅੜ ਗਏ, ਲੁਕ ਗਏ। ਤੇ ਜਦੋਂ ਆਪਣੇ ਉਹ ਜਿਨ੍ਹਾਂ ਦੇ ਘਰ ਉਹ ਰਹਿੰਦਾ ਸੀ, ਘੁਮਿਆਰਾਂ ਦੇ ਘਰ, ਉਹ ਖੋਤਾ ਉਸ ਘਰ ਵੱਲੇ ਗਿਆ ਤੇ ਜਾ ਕੇ ਜਿੱਥੇ ਉਹਦੇ ਨਾਲ ਦੇ ਦੂਜੇ ਬੱਧੇ ਹੋਏ ਸਨ, ਜਾ ਕੇ ਇਹਨਾਂ ਦੀ ਆਦਤ ਹੁੰਦੀ ਹੈ ਜਦੋਂ ਇੱਕ ਦੂਜੇ ਦੇ ਵਿੱਚ ਇਹ ਜਾ ਕੇ ਰਲਦੇ ਹਨ ਤੇ ਹੀਂਗਣ ਲੱਗ ਪੈਂਦੇ ਹਨ। ਉੱਚੀ ਉੱਚੀ ਜਦੋਂ ਉਹਨੇ ਹੀਂਗਣਾ ਕੀਤਾ ਤੇ ਪਤਾ ਲੱਗ ਗਿਆ ਇਹ ਤੇ ਸਾਡੇ ਘਰ ਵਾਲਾ ਹੀ ਖੋਤਾ ਹੈ। ਐਵੇਂ ਹੀ ਡਰਦੇ ਰਹੇ ਕਿ ਇੰਨਾ ਚਿਰ ਸ਼ੇਰ ਹੈ। ਤੇ ਉਹ ਮੁੜ ਕੇ ਪਤਾ ਲੱਗਾ, ਕਹਿਣ ਲੱਗੇ ਕੀ ਕਾਰਨ ਬਣਿਆ। ਫਿਰ ਮਹਾਰਾਜ ਦੇ ਕੋਲ ਆ ਕੇ ਬਚਨ ਕੀਤਾ, ਮਹਾਰਾਜ ਕੀ ਕੌਤਕ ਹੋਇਆ ਹੈ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਪਰਮੇਸ਼ਰ ਦੀ ਲੀਲਾ ਐਸੀ ਵਰਤੀ ਹੈ, ਤੁਹਾਨੂੰ ਇਹ ਸਿੱਖਿਆ ਮਿਲੀ ਹੈ ਕਿ ਜੇ ਤੇ ਸ਼ੇਰ ਵਾਲਾ ਬਾਣਾ ਪਾ ਕੇ ਸ਼ੇਰ ਵਾਲੇ ਕੰਮ ਕਰੋਗੇ ਤੇ ਸੰਸਾਰ ਦੇ ਜਿਹੜੇ ਸ਼ਰਾਰਤੀ ਲੋਕ ਹਨ, ਵਿਰੋਧੀ ਲੋਕ ਹਨ ਧਰਮ ਦੇ, ਤੁਹਾਡੇ ਤੋਂ ਡਰਦੇ ਰਹਿਣਗੇ, ਤੁਹਾਡਾ ਉਹਨਾਂ 'ਤੇ ਪ੍ਰਭਾਵ ਰਹੇਗਾ। ਤੇ ਜਿੱਦਣ ਤੁਸੀਂ ਇਹ ਦੂਜੇ ਨਾਲ ਦੇ ਸਾਥੀਆਂ ਵਾਲੇ, ਖੋਤਿਆਂ ਵਾਲੇ ਕੰਮ ਕਰਨ ਲੱਗ ਪਏ ਤੇ ਤੁਹਾਡੇ ਬਾਣੇ ਨੂੰ ਵੀ ਲੋਕੀ ਬਦਨਾਮ ਕਰਨਗੇ ਕਿ ਇਹ ਬਾਣਾ ਪਾ ਕੇ ਬਾਹਰੋਂ ਇਹ ਲਿਬਾਸ ਬਣਾਇਆ ਖਾਣ ਵਾਸਤੇ ਜਾਂ ਧੋਖਾ ਕਰਨ ਵਾਸਤੇ ਜਾਂ 2 ਨੰਬਰ ਦਾ ਕੰਮ ਕਰਨ ਲਈ। ਕਿਉਂਕਿ ਜਿਹੜੀ ਚੀਜ਼ ਦੇ ਨਾਲ ਪ੍ਰਭਾਵ ਪੈਂਦਾ ਹੈ ਮਨੁੱਖ ਮਾੜਾ ਕੰਮ ਕਰਨ ਲਈ, ਉਹ ਲਿਬਾਸ ਧਾਰਨ ਕਰਦਾ ਕਿ ਮੇਰਾ ਇਹ ਕੰਮ ਚੱਲ ਜਾਵੇ। ਪੁਰਾਣੇ ਸਮੇਂ ਵਿੱਚ ਕਿਸੇ ਨਾਲ ਛਲ ਕਰਨਾ ਹੁੰਦਾ ਸੀ ਤੇ ਬ੍ਰਾਹਮਣ ਦਾ ਰੂਪ ਧਾਰਿਆ ਜਾਂਦਾ ਸੀ। ਬ੍ਰਾਹਮਣ ਦਾ ਬੜਾ ਸਤਿਕਾਰ ਸੀ, ਬੜੀ ਇੱਜ਼ਤ ਮਾਣ ਸੀ, ਜੋ ਕਵੇ ਮੰਨਣਾ ਪੈਂਦਾ ਸੀ। ਤੇ ਕਈ ਦੇਵਤਿਆਂ ਨੇ ਐਸੀ ਪ੍ਰੀਖਿਆ ਲੈਣ ਵਾਸਤੇ ਜਦੋਂ ਕਿਸੇ ਦਾ ਇਮਤਿਹਾਨ ਲੈਣਾ ਤੇ ਬ੍ਰਾਹਮਣ ਦਾ ਰੂਪ ਧਾਰ ਕੇ ਆਉਣਾ। ਇਸੇ ਤਰ੍ਹਾਂ ਅੱਜ ਦੇ ਸਮੇਂ ਵਿੱਚ ਜਿਹੜੇ ਸਿੱਖੀ ਦਾ ਲਿਬਾਸ ਧਾਰਨ ਵਾਲੇ ਬੜੇ ਹਨ, ਪਰ ਜਿਨ੍ਹਾਂ ਨੂੰ ਇਹਦੀ ਪਛਾਣ ਆ ਗਈ ਹੈ ਕਿ ਕਾਹਦੇ ਵਾਸਤੇ ਸਤਿਗੁਰਾਂ ਬਖਸ਼ਿਆ ਹੈ ਭਾਈ, ਉਹਨਾਂ ਦਾ ਸੰਸਾਰ 'ਤੇ ਬੜਾ ਵੱਡਾ ਮਾਣ ਸਤਿਕਾਰ ਹੁੰਦਾ ਹੈ।
ਤੇ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਇਹ ਜਿਹੜੀ ਮਾੜੀ ਮੱਤ ਹੈ, ਮਾੜੀ ਆਦਤ ਹੈ, ਮਾੜਾ ਲਿਬਾਸ ਹੈ, ਮਾੜਾ ਖਾਣਾ ਹੈ, ਜਿਹਨੇ ਸੰਤਾਂ ਦੀ ਸੰਗਤ ਕਰ ਲਏ ਤੇ ਉਹਦੀਆਂ ਇਹ ਮਾੜੀਆਂ ਆਦਤਾਂ ਦੂਰ ਹੋ ਜਾਂਦੀਆਂ ਹਨ ਤੇ ਪਵਿੱਤਰ ਮਹਾਤਮਾ ਰੱਬ ਦੇ ਪਿਆਰਿਆਂ ਵਾਲਾ ਜੀਵਨ ਬਣ ਜਾਂਦਾ ਹੈ ਤੇ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਨ। ਤੇ ਸਤਿਗੁਰੂ ਜੀ ਕਥਨ ਕਰਦੇ, ਇਸ ਕਰਕੇ ਸੰਤਾਂ ਅੱਗੇ ਬੇਨਤੀ ਕਰੋ, ਮਹਾਰਾਜ ਤੁਸੀਂ ਆਓ, ਸਾਡੇ ਕੋਲ ਆਓ, ਸਾਨੂੰ ਰੱਬ ਦਾ ਜਸ ਸੁਣਾਉਣਾ ਕਰੋ, ਸਾਨੂੰ ਵੀ ਸੁਰ ਦੀ ਚੰਗੀ ਮੱਤ ਆ ਜਾਵੇ। ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨ ਪਾਵਣਾ। ਕਹਿੰਦੇ ਸੰਤ ਜੀ ਆਪ ਜੀ ਦੇ ਦਰਸ਼ਨ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ। ਜਿਹੜਾ ਮਨ ਜਨਮਾਂ ਜਨਮਾਂ ਦਾ ਮੈਲਾ ਹੋਇਆ ਹੈ, ਇਹਦੀ ਹਾਲਤ ਸਤਿਗੁਰਾਂ ਗੁਰਬਾਣੀ ਵਿੱਚ ਕਹੀ ਹੈ, ਮਨ ਨੂੰ ਇੰਨੀ ਮੈਲ ਲੱਗੀ ਹੈ, ਇੰਨਾ ਗੰਦਾ ਹੈ ਜਨਮਾਂ ਜਨਮਾਂ 'ਚ। ਕਹਿੰਦੇ ਜਿਵੇਂ ਕੋਹਲੂ ਜਿਹੜਾ ਹੁੰਦਾ ਹੈ, ਕੋਹਲੂ ਦਾ ਜਿਹੜਾ ਉਹ ਗੰਢ ਹੁੰਦਾ ਹੈ, ਕੋਹਲੂ ਦਾ ਆਲਾ ਦੁਆਲਾ ਵਿੱਚ ਜਿੱਥੇ ਘਾਣੀ ਪਾਈ ਜਾਂਦੀ ਹੈ ਤੇਲ ਕੱਢਣ ਵਾਲੀ, ਉਹਨੂੰ ਸਾਫ਼ ਕਰਨ ਵਾਲਾ ਜਿਹੜਾ ਕੱਪੜਾ ਹੁੰਦਾ ਹੈ, ਤੇ ਉਹਦਾ ਐਸਾ ਹਾਲ ਹੁੰਦਾ ਹੈ ਕਿ ਭਾਵੇਂ ਨੂੰ ਕਿੰਨਾ ਧੋਈਏ ਉਹਦੀ ਮੈਲ, ਉਹਦੀ ਚਿਕਨਾਈ ਜਾਂਦੀ ਨਹੀਂ, ਫਿਰ ਵੀ ਉਹਦਾ ਉਹ ਕੋਈ ਨਾ ਕੋਈ ਹਾਲ ਰਹਿੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸੋਇਆ ਹੋ, ਖੰਡਲੀ ਧੋਤੀ ਉਜਲੀ ਨਾ ਹੋਈ, ਜੇ ਸੋ ਧੋਣ ਪਾਉ। ਨੂੰ ਖੰਡਲੀ ਕਿਹਾ ਜਾਂਦਾ ਹੈ। ਉਹ ਖੰਡਲੀ ਜਿਹੜੀ ਉਹ ਕੱਪੜੇ ਵਾਲੀ ਉਹ ਲੀਰ ਹੈ, ਕੱਪੜਾ ਹੈ, ਸਾਫ਼ ਕਰਨ ਵਾਲਾ ਕੋਹਲੂ ਨੂੰ ਉਹ ਪਵਿੱਤਰ ਨਹੀਂ ਹੁੰਦਾ ਤੇ ਨਾ ਉਹ ਉਜਲਾ ਹੀ ਹੁੰਦਾ ਹੈ, ਚਿੱਟਾ ਹੀ ਹੁੰਦਾ ਹੈ। ਇਸ ਕਰਕੇ ਜੇ ਮਹਾਰਾਜ ਦੀ ਕਿਰਪਾ ਹੋ ਜਾਵੇ, ਉਹਦਾ ਨਾਮ ਮਨ ਵਿੱਚ ਵਸ ਜਾਵੇ, ਚੰਗਿਆਂ ਦੀ ਸੰਗਤ ਹੋ ਜਾਵੇ, ਬਖਸ਼ਿਆਂ ਦੀ, ਤੇ ਜਨਮਾਂ ਜਨਮਾਂ ਦਾ ਮੈਲਾ ਮਨ ਵੀ ਪਵਿੱਤਰ ਹੋ ਜਾਂਦਾ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ, ਕੋਟ ਸੂਰ ਨਾਨਕ ਪ੍ਰਗਾਸ। ਰੱਬ ਦਾ ਤੇ ਪ੍ਰਕਾਸ਼ ਬੇਅੰਤ ਹੈ। ਉਹਦੇ ਪਿਆਰੇ ਵੀ ਜਦੋਂ ਨਾਮ ਜਪਦੇ, ਨਾਮ ਜਪ ਕੇ ਇੰਨਾ ਪਵਿੱਤਰ ਹੋ ਜਾਂਦੇ, ਕਰੋੜਾਂ ਸੂਰਜ ਉਹਦੀ ਰੀਸ ਨਹੀਂ ਕਰ ਸਕਦੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਹੜੀ ਮਰਜ਼ਾਦਾ ਬਣੀ ਹੈ ਕਿ ਗੁਰੂ ਘਰ ਜਾਣਾ, ਵੱਡੇ ਸਥਾਨਾਂ 'ਤੇ ਜਾਣਾ, ਪਹਿਲਾਂ ਇਸ਼ਨਾਨ ਕਰਨਾ, ਫਿਰ ਦਰਸ਼ਨ ਦਿਦਾਰੇ ਕਰਨੇ, ਇਹੀ ਮਰਜ਼ਾਦਾ ਹੈ ਕਿ ਜਿਵੇਂ ਬਾਹਰੋਂ ਨਹਾਤਿਆਂ ਸਰੀਰ ਦੀ ਮੈਲ ਲੈਂਦੀ ਹੈ, ਇਸੇ ਤਰ੍ਹਾਂ ਪਹਿਲਾਂ ਆਤਮਾ ਦਾ ਇਸ਼ਨਾਨ ਕਰਾਉਣਾ ਨਾਮ ਜਪ ਕੇ। ਕਿਉਂਕਿ ਸਤਿਗੁਰੂ ਜੀ ਕਥਨ ਕਰਦੇ ਹਨ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾਂ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਜੋ ਜਿਨ੍ਹਾਂ ਨੇ ਉਹ ਨਾਮ ਜਪਿਆ, ਉਹਨਾਂ ਦਾ ਅੰਦਰੋਂ ਪਹਿਲਾਂ ਇਸ਼ਨਾਨ ਹੁੰਦਾ ਹੈ, ਫਿਰ ਬਾਹਰੋਂ ਹੀ ਪਵਿੱਤਰ ਹੁੰਦੇ ਹਨ, ਅੰਦਰੋਂ ਹੀ ਪਵਿੱਤਰ ਹੋ ਜਾਂਦੇ ਹਨ। ਇਸ ਕਰਕੇ ਸੰਤ ਜੀ ਤੁਹਾਡੇ ਦਰਸ਼ਨ ਕਰਨ ਦੇ ਨਾਲ ਮਨ ਪਵਿੱਤਰ ਹੁੰਦਾ ਹੈ। ਤੇ ਫਿਰ ਆਪ ਨਿਸ਼ਚੇ ਕਰਕੇ ਉਹ ਪਰਮੇਸ਼ਰ ਜੀਵ ਨੂੰ ਮਾਂ ਦੇ ਗਰਭ ਵਿੱਚ ਨਹੀਂ ਪਾਉਂਦਾ, ਭਾਵ ਇਹ ਜੀਵ ਮੁੜ ਕੇ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ। ਪਤਾ ਨਹੀਂ ਕਿੰਨੀ ਵਾਰ ਜੰਮਿਆ, ਕਿੰਨੀ ਵਾਰ ਮਰਿਆ। ਕਈ ਵਾਰ ਇਹ ਬੇਨਤੀ ਕੀਤੀ ਜਾਂਦੀ ਹੈ, ਇਹ ਦੱਸਿਆ ਹੈ ਇਤਿਹਾਸ ਦੇ ਵਿੱਚ, ਗ੍ਰੰਥਾਂ ਦੇ ਵਿੱਚ, ਕਿ ਕਹਿੰਦੇ ਕਈਆਂ ਲੱਖ ਵੀ ਦੱਸਿਆ, ਆਮ ਕਰਕੇ 80,000 ਕਹਿੰਦੇ ਜਿਹਨੂੰ ਠੂੰਹਾਂ ਲੜ ਜਾਵੇ, ਬਿੱਛੂ ਲੜ ਜਾਵੇ, ਉਹ 80,000 ਠੂੰਹਾਂ ਜਿਹੜਾ ਲੜੇਗਾ ਕਿੰਨਾ ਦੁੱਖ ਹੋਵੇਗਾ। ਇੱਕ ਠੂੰਹਾਂ ਲੜ ਜਾਵੇ ਤੇ ਉਹਦਾ ਬੜਾ ਮੁਸ਼ਕਿਲ ਹੋ ਜਾਂਦੀ, ਬੜਾ ਦੁੱਖ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਇਸ ਕਰਕੇ ਭਾਈ ਜਦੋਂ ਜੀਵ ਜਨਮ ਲੈਂਦਾ ਹੈ ਉਦੋਂ ਹੀ ਇੰਨਾ ਦੁਖੀ ਹੁੰਦਾ ਹੈ, ਤੇ ਮਰਨ ਵੇਲੇ ਵੀ ਨਾ ਜੰਮਣ ਵੇਲੇ ਦੱਸ ਸਕਦਾ ਮੈਂ ਕਿੰਨਾ ਦੁਖੀ ਹਾਂ, ਤੇ ਨਾ ਜਾਣ ਵੇਲੇ ਦੱਸਦਾ ਹੈ। ਤੇ ਲੋਕ ਕਹਿ ਦਿੰਦੇ ਜੀ ਗੁਰੂਆਂ ਵਾਂਗ ਸਮਾ ਗਿਆ, ਤੇ ਉਹਨੂੰ ਪਤਾ ਉਹਦੇ ਨਾਲ ਕੀ ਬਣਿਆ। ਕਿਉਂਕਿ ਉਹ ਦੱਸਿਆ ਗਿਆ ਹੈ ਕਿ ਉਹ ਕਿਸੇ ਨੂੰ ਭੇਦ ਨਹੀਂ ਦੱਸਦੇ ਜਿਹੜੇ ਖੜਨ ਵਾਲੇ ਹਨ, ਕੀ ਉਹਦੇ ਨਾਲ ਬਣਦਾ ਹੈ। ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ, ਐਸੀ ਹਾਲਤ ਬਣ ਜਾਂਦੀ ਹੈ। ਪਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਕਿਰਪਾ ਹੋ ਗਈ, ਸਿਮਰਨ ਭਜਨ ਬਾਣੀ ਦਾ ਨਿਤਨੇਮ ਬਣ ਗਿਆ, ਉਹ 84 ਦੇ ਚੱਕਰ ਤੋਂ ਬਚ ਜਾਂਦੇ ਹਨ। ਨੌ ਨਿਧ ਰਿਧ ਸਿੱਧ ਪਾਈ, ਜੋ ਤੁਮਰੇ ਮਨ ਪਾਵਨਾ। ਉਸ ਪਰਮੇਸ਼ਰ ਨੇ 9 ਨਿਧੀਆਂ ਰਿਧੀਆਂ ਸਿੱਧੀਆਂ ਪਾਈਆਂ ਹਨ, ਜੋ ਆਪ ਜੀ ਦੇ ਮਨ ਵਿੱਚ ਭਾ ਗਿਆ ਹੈ, ਜੋ ਤੁਹਾਨੂੰ ਚੰਗਾ ਲੱਗ ਗਿਆ ਹੈ। ਜਿਹੜੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਕਈ ਲੋਕੀ ਛਿਲੇ ਕੱਢਦੇ, ਚਾਲੀਏ ਕੱਟਦੇ ਹਨ, ਉਹਨਾਂ ਨੂੰ ਫਿਰ ਵੀ ਉਹ ਕੁਝ ਮਿਲਦਾ ਨਹੀਂ। ਚਾਨਣ ਮੰਗਦੇ ਹਨ ਤਾਂ ਵੀ ਮਿਲਦਾ ਨਹੀਂ। ਇਹ ਜਿੰਨੀਆਂ ਰਿਧੀਆਂ ਸਿੱਧੀਆਂ ਨਿਧੀਆਂ ਹਨ, 9 ਨਿਧਾਂ 18 ਸਿੱਧੀਆਂ,
इस प्रकार इन्हां सारिਆਂ ਦੀ ਗਿਣਤੀ है। ਕਹਿੰਦੇ ਸਭ ਕੁਝ ਹੀ ਉਹਦੇ ਮਗਰ ਮਗਰੇ ਸਾਰੀ ਤਾਕਤ ਲੱਗੀ ਹੈ ਕਿ ਸਾਨੂੰ ਹੁਕਮ ਹੋਇਆ ਅਸੀਂ ਕੋਈ ਇਹਦੀ ਸੇਵਾ ਕਰੀਏ, ਪਰ ਉਹਨਾਂ ਨੂੰ ਪਰਵਾਹ ਹੀ ਨਹੀਂ ਹੁੰਦੀ ਰੱਬ ਦੇ ਪਿਆਰੇ ਨੂੰ, ਕਿਉਂਕਿ ਉਹ ਕਹਿੰਦੇ ਰਿੱਧ ਸਿੱਧ ਔਰਾ ਸਾਧ, ਇਹ ਹੋਰ ਲੋਕਾਂ ਦਾ ਸਵਾਦ ਹੈ, ਸਾਡਾ ਨਹੀਂ। ਹੋਰ ਲੋਕਾਂ ਦਾ ਧਿਆਨ ਹੈ ਇੱਧਰ, ਸਾਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ। ਰਿੱਧ ਸਿੱਧ ਐਸੀ ਹੈ, ਸਤਿਗੁਰੂ ਜੀ ਕਹਿੰਦੇ ਹੈ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਜਿਹੜਾ ਰਿੱਧੀਆਂ ਸਿੱਧੀਆਂ ਵਿੱਚ ਪੈ ਗਿਆ ਉਹ ਨਾਮ ਨਹੀਂ ਜਪ ਸਕਦਾ, ਉਹ ਸੰਤ ਨਹੀਂ ਬਣ ਸਕਦਾ। ਉਹ ਆਪਣੀ ਸ਼ੋਭਾ ਵਧਾਵੇਗਾ, ਖੱਟੀ ਆਪਣੀ ਜਿੰਨੀ ਹੈ ਉਹ ਖੱਟੀ ਵਾਸਤੇ ਯਤਨ ਕਰੇਗਾ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਭਾਈ ਜਿਹੜੇ ਰੱਬ ਦੇ ਪਿਆਰੇ ਉਹ ਸਿੱਧੀਆਂ ਤੋਂ ਰਿੱਧੀਆਂ ਤੋਂ ਉੱਪਰ ਹਨ। ਤਾਂ ਹੀ ਆਪਣਾ ਇਹ ਮਹਾਂਪੁਰਖ ਜਿਹੜੇ ਹਨ ਇਹਨਾਂ ਦਾ ਨਾਂ ਜਿਹੜਾ ਹੈ ਇਹ ਨਿਯਮ ਬਣਾਇਆ ਹੈ ਮਹਾਂਪੁਰਖਾਂ ਨੇ, ਵੱਡਿਆਂ ਰੱਬ ਦੇ ਪਿਆਰੇ ਨੇ, ਕਿ ਭਾਈ ਇਹਨਾਂ ਨੂੰ ਸਿੱਧ ਸਿਲਵਰਾ ਨਹੀਂ ਕਹਿਣਾ, ਕਿਉਂਕਿ ਸਿੱਧ ਤੇ ਇਹਨਾਂ ਤੋਂ ਬਹੁਤ ਥੱਲੇ ਦੀ ਗੱਲ ਹੈ। ਜਿੰਨੀ ਮਹਾਂਪੁਰਖਾਂ ਦੀ ਘਾਲਣਾ ਹੈ ਬਾਬਾ ਸਿਲਵਰਾ ਸਾਹਿਬ ਜੀ ਦੀ, ਇਹ ਤੇ ਕਰੋੜਾਂ ਰਿੱਧੀਆਂ ਸਿੱਧੀਆਂ ਇਹਨਾਂ ਦੇ ਕੋਲ ਰਹਿੰਦੀਆਂ ਹਨ, ਇਹਨਾਂ ਨੂੰ ਕੋਈ ਪਰਵਾਹ ਨਹੀਂ ਉਹਦੀ ਕਰਦੇ। ਇਹਨਾਂ ਦਾ ਧਿਆਨ ਆਪਣੇ ਪਰਮੇਸ਼ਰ ਵੱਲ ਹੁੰਦਾ ਹੈ, ਆਪਣੇ ਆਪ ਬਰਕਤਾਂ ਉਹਨਾਂ ਦੀ ਸੇਵਾ ਕਰਦੀਆਂ ਹਨ, ਪਰ ਉਹ ਇਹਨਾਂ ਨੂੰ ਮੰਗਦੇ ਨਹੀਂ। ਜੋ ਚਾਹੁਣ ਕਰ ਸਕਦੇ ਹਨ, ਪਰ ਉਹ ਰੱਬ ਦੀ ਰਜ਼ਾ ਵਿੱਚ ਦਖਲ ਨਹੀਂ ਦਿੰਦੇ। ਜਿੱਥੇ ਕਿਸੇ ਦਾ ਕੋਈ ਭਲਾ ਕਰਨਾ ਹੈ, ਜ਼ਰੂਰੀ ਗੱਲ ਹੋਵੇ, ਉੱਥੇ ਕਿਰਪਾ ਕਰ ਵੀ ਦਿੰਦੇ ਹਨ। ਇਸ ਕਰਕੇ ਕਹਿੰਦੇ ਜਿਹੜਾ ਉਹਨੂੰ ਭਾ ਗਿਆ, ਉਹਨੂੰ ਚੰਗਾ ਲੱਗਿਆ, ਉਹਦੇ 'ਤੇ ਫਿਰ ਇਹ ਕਿਰਪਾ ਹੁੰਦੀ ਹੈ, ਅਤੇ ਉਹਨੂੰ ਉਹੀ ਚੰਗਾ ਲੱਗਦਾ ਜਿਹੜਾ ਉਹਦੇ ਕੀਤੇ ਨੂੰ ਚੰਗਾ ਕਹਿੰਦਾ ਹੈ। ਜਿਹੜਾ ਕਹਿੰਦਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਤੇ ਜੇ ਅਸੀਂ ਕਹਿੰਦੇ ਰੱਬ ਨੇ ਆਹ ਕਿਉਂ ਕਰ ਦਿੱਤਾ, ਇਸ ਤਰ੍ਹਾਂ ਨਹੀਂ ਸੀ ਚਾਹੀਦਾ, ਐਵੇਂ ਹੋਣਾ ਚਾਹੀਦਾ ਸੀ, ਹੁਣ ਉਹ ਤਾਂ ਸਭ ਕੁਝ ਜਾਣਦਾ, ਉਹਨੇ ਤਾਂ ਕੀਤਾ, ਸਾਨੂੰ ਪਤਾ ਨਹੀਂ, ਅਸੀਂ ਐਵੇਂ ਨੋਕਾ ਟੋਕੀ ਕਰ ਦਿੰਦੇ ਹਾਂ, ਅਤੇ ਅਸੀਂ ਉਹਨੂੰ ਚੰਗੇ ਕਿਵੇਂ ਲੱਗੀ, ਉਹਨੂੰ ਪਤਾ ਹੈ। ਅਤੇ ਮੂਰਖਾਂ ਨੇ, ਇਹਨਾਂ ਨੂੰ ਗਿਆਨ ਨਹੀਂ। ਜਿਨ੍ਹਾਂ ਨੂੰ ਪਤਾ ਉਹ ਕਹਿੰਦੇ ਹਨ ਜੀ ਜੰਤ ਸਭ ਸਰਨ ਤੁਮਹਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਸਾਡੀ ਤੇ ਮਹਾਰਾਜ ਬੇਨਤੀ ਹੈ, ਜੋ ਤੈਨੂੰ ਚੰਗਾ ਲੱਗਦਾ ਤੂੰ ਉਹੀ ਕਰਦਾ, ਤੂੰ ਕਦੇ ਕਿਸੇ ਨਾਲ ਮਾੜਾ ਨਹੀਂ ਕਰਦਾ, ਤੂੰ ਨਿਰਭਉ ਤੇ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ। ਇਹ ਦੁੱਖ ਸੁੱਖ ਜਿਹੜੇ ਸਾਨੂੰ ਮਿਲਦੇ ਹਨ, ਇਹ ਸਾਡੀ ਆਪਣੀ ਕੀਤੀ ਦਾ ਫਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬੇਨਤੀ ਕਰੋ ਕਿ ਰੱਬ ਦੇ ਪਿਆਰਿਆਂ ਤੋਂ ਬਿਨਾਂ ਸਾਨੂੰ ਕੋਈ ਥਾਂ ਨਹੀਂ, ਕਦੀ ਉਹਨਾਂ ਦੇ ਉਲਟ ਨਾ ਬੋਲੋ। ਇਹ ਮੰਨਦਾ ਤੇ ਉਹ ਹੈ ਜਿਹਨੂੰ ਪੂਰੀ ਤਸੱਲੀ ਹੋਵੇ, ਜਾਂ ਕਿਸੇ ਦਾ ਕੋਈ ਕਾਰਜ ਸੌ ਰਿਹਾ ਹੈ ਅਤੇ ਨਿੰਦਿਆ ਕਰਨ ਵਾਸਤੇ ਆਮ ਤਿਆਰ ਹੁੰਦੇ ਹਨ। ਇੱਥੋਂ ਤੱਕ ਸੰਤਾਂ ਦੇ ਦਰਸ਼ਨ ਕਰਕੇ ਵੀ ਖੁਸ਼ ਨਹੀਂ ਹੁੰਦੇ। ਕਿਸੇ ਨੂੰ ਪਤਾ ਲੱਗਦਾ ਕੋਈ ਰੱਬ ਦਾ ਪਿਆਰ ਆਇਆ, ਇਹਨਾਂ ਦੇ ਕੋਲ ਕੀ ਹੈ। ਬਹੁਤੇ ਦੇ ਬਾਹਰਲੇ ਔਗਣੀ ਵੇਖਦੇ ਹਨ, ਇਹ ਫਲਾਣਾ ਕੰਮ ਕਿਉਂ ਕੀਤਾ, ਆਹ ਕਿਉਂ ਕੀਤਾ। ਇਸ ਕਰਕੇ ਉਨੀ ਸਾਡੀ ਸੋਝੀ ਨਹੀਂ, ਸਾਨੂੰ ਪਤਾ ਹੋਵੇ ਤੇ ਫਿਰ ਜਾਣਕਾਰੀ ਮਿਲੇ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਇਸ ਕਰਕੇ ਉਹ ਜੋ ਰੱਬ ਕਰਾਉਂਦਾ ਉਹ ਕਰਦੇ ਹਨ। ਅਤੇ ਉਹਨਾਂ ਅੱਗੇ ਬੇਨਤੀ ਕਰੀਏ, ਸੰਤ ਬਿਨਾ ਮੈਂ ਥਾਉ ਨ ਕੋਈ, ਔਰ ਨ ਸੂਝੈ ਜਾਵਨਾ। ਹੇ ਸੰਤੋ, ਰੱਬ ਦੇ ਪਿਆਰਿਓ, ਪਰਮੇਸ਼ਰ ਦਾ ਰੂਪ ਹੋ, ਆਪ ਜੀ ਤੋਂ ਬਿਨਾਂ ਮੈਨੂੰ ਹੋਰ ਕੋਈ ਥਾਂ ਜਾਂ ਆਸਰਾ ਨਹੀਂ ਸੁੱਝਦਾ। ਜਿੱਥੇ ਮੈਂ ਜਾਣਾ ਕਰਾਂ ਤਾਂ ਤੁਹਾਡੀ ਟੇਕ ਲਈ ਹੈ, ਤੁਹਾਡਾ ਆਸਰਾ ਤੱਕਿਆ ਹੈ ਕਿ ਤੁਸੀਂ ਰੱਬ ਨਾਲ ਮਿਲੇ ਹੋ ਅਤੇ ਰੱਬ ਨਾਲ ਮਿਲਾਓਗੇ। ਜਿਹੜਾ ਆਪਣੇ ਨਾਲ ਜੋੜਦਾ ਹੈ ਉਹ ਕਿੱਥੋਂ ਮਿਲਾ ਦੇਵੇਗਾ। ਇਸ ਕਰਕੇ ਸਤਿਗੁਰਾਂ ਦਾ ਫਰਮਾਨ ਹੈ, ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ, ਲੱਭ ਨਾ ਚਲੀ ਸੱਚ ਰਹਿ ਸੋ ਵਿਸ਼ਟ ਪ੍ਰਵਾਨ। ਕਹਿੰਦੇ ਰਾਹ ਗਲੀ ਤੁਰੇ ਜਾਂਦੇ ਨਾਲ ਐਵੇਂ ਕੋਈ ਝਗੜਾ ਨਾ ਕਰ ਪਿਓ, ਜਾਂ ਸੰਸਾਰ ਦੇ ਜੀਵ ਜਿਹੜੇ ਮੁਸਾਫਰ ਹਨ ਇਹਨਾਂ ਦੇ ਨਾਲ ਕੋਈ ਝਗੜਾ ਕਰਨ ਦੀ ਕੋਈ ਲੋੜ ਨਹੀਂ। ਨਾ ਇਹਨਾਂ ਰਹਿਣਾ ਨਾ ਅਸੀਂ ਰਹਿਣਾ, ਇਹ ਕੋਈ ਸਮਾਂ ਹੀ ਕੱਟਣਾ ਹੈ, ਸਫ਼ਰ ਕਰਨਾ ਹੈ ਜ਼ਿੰਦਗੀ ਦਾ। ਚੰਗੀ ਤਰ੍ਹਾਂ ਕੀਤਾ ਜਾਵੇ ਤੇ ਦੁਨੀਆ 'ਤੇ ਸਤਿਕਾਰ ਹੁੰਦਾ ਹੈ, ਕੋਈ ਯਾਦ ਕਰੇਗਾ। ਜੇ ਕਿਸੇ ਨਾਲ ਝਗੜਾ ਹੀ ਕਰਦੇ ਰਹੇ ਤੇ ਮਗਰੋਂ ਵੀ ਕਾਲਖ ਲੱਗਦੀ ਹੈ ਮੱਥੇ, ਤੇ ਪਹਿਲਾਂ ਵੀ ਬਦਨਾਮੀ ਤੇ ਬਾਅਦ ਵੀ ਬਦਨਾਮੀ। ਇਸ ਕਰਕੇ ਕਹਿੰਦੇ ਫਿਰ ਲੱਭ ਨਾ ਚੱਲੀ ਸੱਚ ਰਹਿ ਸੋ ਵਿਸ਼ਟ। ਕਹਿੰਦੇ ਵਕੀਲ ਵਿਚੋਲਾ ਜਿਹੜਾ ਵਿੱਚ ਗੱਲ ਕਰਾਉਣ ਵਾਲਾ ਹੈ ਉਹ ਲਾਲਚੀ ਨਾ ਹੋਵੇ। ਜਿਵੇਂ ਅੱਜ ਕੱਲ੍ਹ ਵਿਚੋਲਿਆਂ ਦਾ ਐਸਾ ਕਾਰਨ ਬਣ ਜਾਂਦਾ, ਜਿੱਥੋਂ ਲਾਲਚ ਮਿਲ ਗਿਆ ਕੋਈ, ਉਹਦੇ ਵੱਲ ਦੀ ਗੱਲ ਕਰ ਦਿੱਤੀ, ਰਿਸ਼ਤਾ ਜੋੜ ਦਿੱਤਾ, ਮਗਰੋਂ ਭਾਵੇਂ ਪਤਾ ਨਹੀਂ ਕੀ ਬਣਨਾ ਕਿਸੇ ਨਾਲ।
ਪੁਰਾਣੇ ਸਮੇਂ ਤੋਂ ਗੱਲ ਚੱਲਦੀ ਆਉਂਦੀ ਹੈ। ਪੁਰਾਣੇ ਸਮੇਂ ਦੀ ਇਹ ਆਮ ਬਚਨੇ ਸੁਣਿਆ ਜਾਂਦਾ ਰੀਤ ਐਸੀ ਸੀ ਕਿ ਲਾਗੀ ਲੋਕ ਜਾ ਕੇ ਜਾਂ ਬ੍ਰਾਹਮਣ ਲੋਕ ਜਾ ਕੇ ਰਿਸ਼ਤਾ ਕਰਾਉਂਦੇ ਸਨ ਲੜਕੀ ਲੜਕੇ ਦਾ। ਜਿੱਥੇ ਕੋਈ ਘਰ ਵੇਖਿਆ, ਜੇ ਕੋਈ ਗਰੀਬ ਹੋਵੇ ਜਾਂ ਕਿਸੇ ਨੂੰ ਰਿਸ਼ਤਾ ਨਹੀਂ ਸੀ ਹੁੰਦਾ, ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਯਤਨ ਕਰਕੇ ਦੁੱਧ ਲਿਆਉਣਾ ਅਤੇ ਦੁੱਧ ਦੇ ਵਿੱਚ ਮਿੱਠਾ ਤੇ ਪਾਉਣਾ ਹੈ, ਥੱਲੇ ਕੋਈ ਨਾ ਕੁਝ ਪੈਸੇ ਸੁੱਟ ਦੇਣੇ। ਰੁਪਈਆ ਕਾਗਜ਼ਾਂ ਵਾਲੇ ਪੈਸੇ ਨਹੀਂ, ਦੂਜੇ ਜਿਹੜੇ ਹੁੰਦੇ ਹਨ। ਅਤੇ ਉਹ ਜਿਹੜਾ ਵਿਚੋਲਾ ਬਣ ਕੇ ਆਇਆ ਉਹਨੂੰ ਕਹਿਣਾ ਹਿਲਾ ਕੇ ਮਿੱਠਾ ਵਿੱਚ ਪਾਇਆ, ਹਿਲਾ ਕੇ ਦੁੱਧ ਪੀਵੇਂ। ਜਦੋਂ ਉਹਨੇ ਹਿਲਾ ਕੇ ਵੇਖਣਾ ਵਿੱਚ ਪੈਸੇ ਖੜਕਣੇ, ਉਹਨੂੰ ਪਤਾ ਲੱਗ ਜਾਣਾ ਕਿ ਮੈਨੂੰ ਕੋਈ ਨਾ ਕੋਈ ਰਿਸ਼ਵਤ ਮਿਲ ਗਈ ਹੈ, ਪਰਿਵਾਰ ਚੰਗਾ ਇਹਨਾਂ ਮੇਰਾ ਸੋਚਿਆ, ਮੈਨੂੰ ਮਾਇਆ ਦੇ ਦਿੱਤੀ। ਉਹ ਮਾੜੇ ਨੇ ਵੀ ਕਹਿ ਦੇਣਾ ਬੜਾ ਚੰਗਾ ਪਰਿਵਾਰ ਹੈ। ਅਤੇ ਬਾਅਦ ਵਿੱਚ ਪਤਾ ਲੱਗਣਾ ਜਦੋਂ ਇੱਕ ਦੂਜੇ ਨਾਲ ਕੋਈ ਰਾਸ ਨਹੀਂ ਰਲਦੀ, ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ। ਅਤੇ ਸਤਿਗੁਰੂ ਜੀ ਕਹਿੰਦੇ ਵਿਚੋਲਾ ਉਹ ਹੋਵੇ ਜਿਹੜਾ ਲਾਲਚ ਤੋਂ ਬਿਨਾਂ ਹੋਵੇ। ਅੱਜ ਕੱਲ੍ਹ ਤਾਂ ਪਹਿਲਾਂ ਕਹਿੰਦੇ ਸਨ ਵੀ ਉਹਨਾਂ ਨੂੰ ਕੀ ਪਰਵਾਹ। ਅਤੇ ਜਿਹੜਾ ਸਿਆਣਾ ਹੈ ਉਹ ਫਿਰ ਵੀ ਸੋਚਦਾ ਮੈਨੂੰ ਕੋਈ ਉਲਾਂਭਾ ਨਾ ਆਵੇ। ਜੇ ਕਿਸੇ ਦਾ ਕੰਮ ਸਵਾਰਨਾ ਅਤੇ ਨੀਤ ਸਾਫ਼ ਦੇ ਨਾਲ ਸਵਾਰਿਆ ਜਾਵੇ, ਉਹਦੇ ਨਾਲ ਧੋਖਾ ਨਾ ਕੀਤਾ ਜਾਵੇ। ਜਿਹਦੇ ਨਾਲ ਪ੍ਰੇਮ ਕਰਨਾ ਮਨ ਵਿੱਚ ਘੁੰਡੀ ਨਾ ਰੱਖੇ। ਜਿੰਨਾ ਚਿਰ ਮਨ ਵਿੱਚ ਕਪਟ ਹੈ, ਘੁੰਡੀ ਹੈ, ਉਹ ਸਮਝੋ ਕਿ ਪਰਮੇਸ਼ਰ ਦੇ ਵਿੱਚ ਅਤੇ ਉਹਦੇ ਵਿੱਚ ਪੜਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਭਾਈ, ਉਹ ਲਾਲਚ ਤੋਂ ਬਿਨਾਂ ਹਨ। ਉਹਨਾਂ ਦੇ ਅੰਦਰ ਸੱਚ ਹੈ, ਸੰਤੋਖ ਹੈ। ਅਤੇ ਜਿੰਨਾ ਚਿਰ ਸੱਤ ਅਤੇ ਸੰਤੋਖ ਸਾਡੇ ਅੰਦਰ ਆਉਂਦਾ ਨਹੀਂ, ਭਾਵੇਂ ਕੁਝ ਕਰਦੇ ਰਹੀਏ, ਸਾਨੂੰ ਟਿਕਾ ਨਹੀਂ ਮਿਲਦਾ। ਰਾਤ ਨੇ ਭੱਜ ਨੱਸ ਪਈ ਰਹਿੰਦੀ ਹੈ। ਇਸ ਕਰਕੇ ਕਹਿੰਦੇ ਸੰਤ ਜਿਹੜੇ ਰੱਬ ਦੇ ਪਿਆਰੇ ਸ਼ਾਂਤੀ ਵਿੱਚ ਹਨ। ਮੋਹ ਨਿਰਗੁਣ ਕੋ ਕੋਈ ਨਾ ਰਾਖੈ, ਸੰਤਾਂ ਸੰਗ ਸਮਾਵਣਾ। ਮੈਂ ਔਗਣਾ ਦਾ ਭਰਿਆ ਹੋਇਆ ਨਿਰਗੁਣ ਜੀਵ, ਅਤੇ ਮੈਂ ਨਿਰਗੁਣ ਜੀਵ ਨੂੰ ਹੋਰ ਕੋਈ ਰੱਖ ਨਹੀਂ ਸਕਦਾ। ਕਿਉਂਕਿ ਮਾੜੇ ਦਾ ਗਾਹਕ ਕੌਣ ਬਣੇਗਾ, ਗਰੀਬ ਦਾ ਕੌਣ ਸਾਥੀ ਬਣੇਗਾ। ਗਰੀਬ ਦੀ ਇੱਕ ਮਦਦ ਕਰ ਸਕਦਾ ਹੈ ਅਤੇ ਪਰਮੇਸ਼ਰ ਜਾਂ ਉਹਦਾ ਕੋਈ ਪਿਆਰਾ ਕਰ ਸਕਦਾ ਹੈ। ਤਕੜਿਆਂ ਦੇ ਸਾਰੇ ਯਾਰ ਹਨ ਅਤੇ ਜਿਹੜਾ ਸਤਿਗੁਰੂ ਹੈ ਗਰੀਬਾਂ ਦਾ ਯਾਰ। ਮੇਰਾ ਸਤਿਗੁਰੂ ਯਾਰ ਗਰੀਬਾਂ ਦਾ। ਉਹਨੂੰ ਗਰੀਬ ਨਵਾਜ਼ ਤਾਂ ਹੀ ਕਿਹਾ ਜਾਂਦਾ ਜਿਹਦੀ ਕੋਈ ਮਦਦ ਨਾ ਕਰੇ, ਜਿਹਦਾ ਕੋਈ ਮਾਲਕ ਨਹੀਂ, ਜਿਹਦੀ ਕੋਈ ਗੱਲ ਨਹੀਂ ਸੁਣਦਾ, ਉਹਦੀ ਉਹ ਸੁਣ ਲੈਂਦਾ। ਸੁਣਦਾ ਵੀ ਤਾਂ ਹੈ ਜਦੋਂ ਥਾਂ ਥਾਂ 'ਤੇ ਸੁਣਾਉਂਦਾ ਨਹੀਂ, ਜਦੋਂ ਇੱਕ ਦਾ ਹੋ ਜਾਂਦਾ ਹੈ। ਜਿੰਨਾ ਚਿਰ ਅਸੀਂ ਬਹੁਤਿਆਂ ਦੇ ਕੋਲ ਜਾ ਜਾ ਕੇ ਹੱਥ ਜੋੜਦੇ, ਮੱਥੇ ਰਗੜਦੇ ਹਾਂ, ਸਾਡਾ ਕੋਈ ਵੀ ਯਕੀਨ ਨਹੀਂ ਕਰਦਾ। ਕਹਿ ਦਿੰਦੇ ਜੀ ਸਾਰੇ ਬੜੇ ਚੰਗੇ, ਮਾੜਾ ਕੋਈ ਨਹੀਂ, ਪਰ ਟਿਕਾਣਾ ਇੱਕ ਥਾਂ ਬਣਾਉਣਾ ਪਵੇਗਾ, ਫਿਰ ਗੱਲ ਬਣਨੀ ਹੈ। ਜਿੰਨਾ ਚਿਰ ਇੱਕ ਨਿਸ਼ਾਨਾ ਨਹੀਂ ਬਣਦਾ, ਸ਼ਿਕਾਰ ਕਿਵੇਂ ਕਾਬੂ ਆਵੇਗਾ। ਇਸੇ ਤਰ੍ਹਾਂ ਮਨ ਜਿਹੜਾ ਸਾਡਾ ਉਹਨਾਂ ਚਿਰ ਕਾਬੂ ਨਹੀਂ ਆਉਣਾ ਜਿੰਨਾ ਚਿਰ ਇੱਕ ਥਾਂ ਟਿਕੇ ਨਾ। ਅਤੇ ਕਹਿੰਦੇ ਮੇਰੇ ਵਰਗਾ ਮਾੜੇ ਗੁਣਾਂ ਵਾਲਾ ਜਿਹੜਾ ਜੀਵੇ ਨੂੰ ਕਿਸੇ ਰੱਖਣਾ ਨਹੀਂ। ਅਤੇ ਰੱਬ ਦੇ ਪਿਆਰਿਓ, ਮੈਂ ਤੁਹਾਡਾ ਤਾਂ ਆਸਰਾ ਤੱਕਿਆ ਹੈ ਸੰਤੋ, ਤੁਹਾਡੇ ਸੰਗ ਵਿੱਚ ਹੀ ਮੇਰਾ ਸਮਾਵਣਾ ਹੁੰਦਾ ਹੈ, ਤਾਂ ਹੀ ਤੁਹਾਡੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੇ ਹਾਂ। ਸੋ ਅੱਜ ਦੀ ਵਿਚਾਰ ਦੀ ਇੱਥੇ ਵਿਸਰਾਮਤਾ ਹੋ ਰਹੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੀ ਸੰਪੂਰਨਤਾ ਕਰ ਰਹੇ ਹਨ। ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਮਣਾ। ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਵਣਾ। ਗੁਰੂ ਜੀ ਕਥਨ ਕਰਦੇ ਹਨ, ਪੂਰਨ ਗੁਰਾਂ ਨੇ ਇੱਕ ਅਜਿਹਾ ਕੌਤਕ ਵਿਖਾਇਆ ਹੈ। ਚਲਤ ਤੋਂ ਭਾਵ ਹੁੰਦਾ ਕੌਤਕ, ਚਮਤਕਾਰ। ਐਸਾ ਕੌਤਕ ਵਿਖਾਇਆ ਪੂਰੇ ਗੁਰਾਂ ਨੇ ਕਿ ਜਿਸ ਕੌਤਕ ਨੂੰ, ਚਰਿੱਤਰ ਨੂੰ ਵੇਖ ਕੇ ਮੈਨੇ ਮਨ ਵਿੱਚ ਹਰ ਹਰ ਨਾਮਾਂ ਨੂੰ ਉਚਾਰਨਾ ਕੀਤਾ ਹੈ। ਰੱਬ ਦੇ ਨਾਮ ਜਪਣਾ ਜਿਹੜਾ ਹੈ, ਸਿਮਰਨ ਨੂੰ ਯਾਦ ਕਰਨਾ ਕੀਤਾ ਹੈ। ਅਤੇ ਸਿਮਰਨ ਦੇ ਨਾਲ ਕਹਿੰਦੇ ਸਿਮਰਨ ਸੇ ਸੁਖ ਹੋਤ ਹੈ, ਸਿਮਰਨ ਸੇ ਦੁੱਖ ਜਾਏ। ਇਹ ਜਿਹੜਾ ਪ੍ਰਭੂ ਨੂੰ ਯਾਦ ਕਰਨਾ ਹੈ, ਚਿੰਤਾ ਛੱਡ ਕੇ ਉਹਦਾ ਚਿੰਤਨ ਕਰਨਾ ਹੈ, ਉਹਦਾ ਸਿਮਰਨ ਕਰਨਾ ਹੈ, ਉਹਦੇ ਨਾਲ ਹੀ ਸਾਰੇ ਕੰਮ ਰਾਸ ਆਉਂਦੇ ਹਨ। ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਦੁੱਖਾਂ ਦਾ ਦਾਰੂ ਇੱਕ ਪਰਮੇਸ਼ਰ ਦਾ ਨਾਮ ਹੈ। ਇੱਕ ਦੁੱਖ ਨੂੰ ਮਿਟਾਉਣ ਵਾਸਤੇ ਕਿੰਨੀਆਂ ਡਾਕਟਰਾਂ ਕੋਲ ਜੀਵ ਜਾਂਦਾ ਹੈ, ਕਿੰਨੀਆਂ ਦਵਾਈਆਂ ਵਰਤਦਾ, ਇੱਕ ਰੋਗ ਵੀ ਰਾਜੀ ਨਹੀਂ, ਉਹ ਰੋਕਦਾ ਨਹੀਂ, ਇੱਕ ਰੋਗ ਵੀ ਦੂਰ ਨਹੀਂ ਹੁੰਦਾ। ਅਤੇ ਜੇ ਪਰਮੇਸ਼ਰ ਦਾ ਨਾਮ ਗੁਰੂ ਵਾਲੇ ਬਣ ਕੇ ਜਪਿਆ ਜਾਵੇ, ਗੁਰੂ ਕੀ ਸਿੱਖਿਆ ਅਨੁਸਾਰ
ਤੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਤੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਜਦੋਂ ਪ੍ਰੇਮ ਦੇ ਨਾਲ ਉਹਦੀ ਬਾਣੀ, ਉਹਦਾ ਨਾਮ ਸੁਣਿਆ ਜਾਵੇ, ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਦੁੱਖ ਰੋਗ ਤੇ ਸੰਤਾਪ ਚਿੰਤਾ ਸਾਰੇ ਦੂਰ ਹੋ ਜਾਂਦੇ ਹਨ ਪ੍ਰੇਮ ਨਾਲ ਉਹਦੀ ਬਾਣੀ ਸੁਣੀ ਜਾਵੇ, ਉਹਦਾ ਜਸ ਸੁਣਿਆ ਜਾਵੇ, ਉਹਦਾ ਨਾਮ ਜਪਿਆ ਜਾਵੇ। ਜੇ ਪ੍ਰੇਮ ਨਾਲ ਜਪਾਂਗੇ ਤੇ ਉਹਦਾ ਪ੍ਰੇਮ ਮਿਲੇਗਾ। ਜੇ ਅਸੀਂ ਇੱਕ ਬੋਝ ਸਮਝ ਲਿਆ, ਗਲੋਂ ਲਾਉਣ ਵਾਲਾ ਕੰਮ ਕੀਤਾ, ਤੇ ਫਿਰ ਸਾਨੂੰ ਕੋਈ ਅਸਰ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸਾਚ ਕਹੋ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ ਹੈ, ਪ੍ਰੇਮ ਦੇ ਨਾਲ ਵਸ ਆਉਂਦਾ, ਹੋਰ ਕੋਈ ਰੱਬ ਨੂੰ ਵਸ ਨਹੀਂ ਕਰ ਸਕਿਆ, ਨਾ ਕਰੇਗਾ। ਜਿਹੜਾ ਪ੍ਰੇਮ ਕਰੇਗਾ ਉਹਦੇ ਨਾਲ, ਉਹਦੀ ਜਨਤਾ ਦੇ ਨਾਲ, ਉਹਦੇ ਨਾਲ ਉਹ ਪਰਮੇਸ਼ਰ ਵੀ ਪਿਆਰ ਕਰਦਾ ਹੈ। ਸੋ ਸਤਿਗੁਰੂ ਕਿਰਪਾ ਕਰਨਾ। ਇਹ ਜਿਹੜਾ ਇਹਨਾਂ ਸ਼ਬਦਾਂ ਦਾ, ਇਹਨਾਂ ਉਪਦੇਸ਼ਾਂ ਦਾ ਭਾਵ ਹੈ, ਮਹਾਰਾਜ ਕਿਰਪਾ ਕਰੇ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ। ਸੁਣ ਕੇ ਮੰਨਣ ਦਾ, ਜੀਵਨ ਬਣਾਉਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨਾ। ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ। ਗੁਰੂ ਕੀ ਸਾਧ ਸੰਗਤ ਇੰਨੇ ਸਮੇਂ ਵਿੱਚ ਇਹਨਾਂ ਕੁਝ ਕਹਿੰਦਿਆਂ ਹੋਇਆਂ ਸਮੂਰਖ ਅਣਜਾਣ ਜੀਵ ਕੋਲੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ। ਔਗਣਾਂ ਨੂੰ ਨਾ ਚਤਾਰਨਾ ਕਿਤੋਂ ਸੋਝੀ ਬਖਸ਼ਣੀ। ਬੇਨਤੀ ਹੈ ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ। ਸਤਿਗੁਰੂ ਜੀ ਆਪਣੀਆਂ ਸੰਗਤਾਂ ਦੀ ਸਦਾ ਚੜ੍ਹਦੀ ਕਲਾ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਣਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।